Hello, students. Today I'm not feeling well, but for the student demand, uh, please sir globalization ਪੰਜਾਬੀ ਦੱਸੋ। ਸੋ ਵੀਡੀਓ ਤਿਆਰ ਹੈ। ਗਲੋਬਲਾਈਜੇਸ਼ਨ ਹੁੰਦਾ ਕੀ ਹੈ? ਸੋ globalization mean integrated the economy of a country with the economies of the other countries under the conditions of free flow of trade and capital across the borders। ਹੁਣ ਦੇਖੋ ਜੀ, ਜਦੋਂ ਆਪਾਂ ਆਜ਼ਾਦ ਹੋਏ ਸੀ 1947 ਦੇ ਵਿੱਚ, ਤਾਂ ਉਸ ਵੇਲੇ ਕੀ ਸੀ ਕਿ ਸਾਡੀ ਇਕੋਨਮੀ ਕਲੋਜ਼ ਇਕੋਨਮੀ ਸੀ। ਕਿਉਂਕਿ ਨਾ ਅਸੀਂ ਬਾਹਰ ਕੋਈ ਵਪਾਰ ਕਰਦੇ ਸੀ, ਨਾ ਉਹ ਵਪਾਰ ਬਾਹਰਲੀ ਕੰਟਰੀਜ਼ ਆ ਕੇ ਇੰਡੀਆ ਵਿੱਚ ਕਰ ਸਕਦੇ ਸੀ। ਹੁਣ ਦੇਖੋ, ਆਪਾਂ ਨੂੰ ਇੱਕ ਬਿਗ ਪੁਸ਼ ਦੀ ਲੋੜ ਸੀ, ਮਤਲਬ ਬਹੁਤ ਜ਼ਿਆਦਾ ਕੈਪੀਟਲ ਦੀ ਲੋੜ ਸੀ, ਜਿਹਦੇ ਨਾਲ ਆਪਣੀ ਕੰਟਰੀ ਮਤਲਬ ਅੱਗੇ ਤਰੱਕੀ ਕਰ ਸਕੇ। ਸੋ ਉਸ ਵੇਲੇ ਸਿਰਫ ਤਾਂ ਹੀ ਪੋਸੀਬਲ ਸੀ ਕਿਉਂਕਿ ਜੇ ਫੋਰਨ ਜੋ ਕੰਟਰੀਜ਼ ਹੈ, ਜੇ ਉਹਨਾਂ ਦੀ ਕੰਪਨੀਜ਼ ਹੈ, ਉਹ ਆ ਕੇ ਇੰਡੀਆ ਵਿੱਚ ਇਨਵੈਸਟਮੈਂਟ ਕਰਨਗੇ, ਔਰ ਜੋ ਇੰਡੀਆ ਵਿੱਚ ਬਣਦਾ ਪਿਆ, ਜੇ ਅਸੀਂ ਉਹਨੂੰ ਬਾਹਰ ਵੇਚਾਂਗੇ ਤਾਂ ਫੋਰਨ ਦੀ ਕਰੰਸੀ ਇੰਡੀਆ ਵਿੱਚ ਆਊਗੀ। ਸੋ ਇਹ ਸਭ ਕੁਝ ਦੇਖਦੇ ਹੋਏ ਫਿਰ ਇੱਕ ਟਰਮ ਇੰਟਰੋਡਿਊਸ ਕੀਤੀ ਗਈ ਜਿਹਦਾ ਨਾਮ ਸੀ ਗਲੋਬਲਾਈਜੇਸ਼ਨ। ਹੁਣ ਦੇਖੋ, ਗਲੋਬਲਾਈਜੇਸ਼ਨ ਦੇ ਵਿੱਚ ਮਤਲਬ ਕੀ ਹੈ? ਤੁਹਾਡੀ ਇਕੋਨਮੀ ਹੈ, ਠੀਕ ਹੈ ਨਾ, ਅਸੀਂ ਉਹਨੂੰ ਫ੍ਰੀ ਕਰ ਦੇਣਾ। ਫ੍ਰੀ ਦਾ ਮਤਲਬ ਇਹ ਨਹੀਂ ਉੱਦਾਂ ਹੀ ਛੱਡ ਦੇਣਾ, ਮਤਲਬ ਫ੍ਰੀ ਫਲੋ ਹੋਵੇ, ਮਤਲਬ ਕੋਈ ਟਰਮ ਨਾ ਹੋਵੇ, ਜ਼ਿਆਦਾ ਰਿਸਟ੍ਰਿਕਸ਼ਨਸ ਨਾ ਹੋਣ, ਵੀ ਤੁਸੀਂ ਫ੍ਰੀ ਫਲੋ ਮਤਲਬ ਆਪਣੀ ਕੰਟਰੀ ਦਾ ਸਮਾਨ ਬਾਹਰ ਵੇਚ ਸਕਦੇ ਹੋ ਜੋ ਤੁਹਾਡੀ ਡੋਮੈਸਟਿਕ ਇਕੋਨਮੀ ਦੇ ਅੰਦਰ ਬਣਦਾ ਪਿਆ। ਜੋ ਫੋਰਨ ਦੇ ਵਿੱਚ ਕੋਈ ਮਤਲਬ ਪ੍ਰੋਡਕਸ਼ਨ ਹੋ ਰਹੀ ਹੈ, ਉਹ ਸਮਾਨ ਇੰਡੀਆ ਵਿੱਚ ਆ ਕੇ ਵਿਕ ਸਕਦਾ ਹੈ। ਸੋ ਮਤਲਬ ਦਿਸ ਇਜ਼ ਕਾਲਡ ਅ ਗਲੋਬਲਾਈਜੇਸ਼ਨ। ਹੁਣ ਦੇਖੋ, ਡੈਫੀਨੇਸ਼ਨ ਵਿੱਚ ਹੀ ਹੈ, ਇਟ ਮੀਨਸ ਇੰਟੀਗ੍ਰੇਟਡ ਦੀ ਇਕੋਨਮੀ ਆਫ ਅ ਕੰਟਰੀ ਵਿਦ ਦੀ ਇਕੋਨਮੀਜ਼। ਮਤਲਬ ਇੰਡੀਆ ਦੀ ਜੋ ਆਪਣੇ ਕੋਲ ਇਕੋਨਮੀ ਹੈ, ਇੰਟੀਗ੍ਰੇਟਡ ਦਾ ਮਤਲਬ ਹੁੰਦਾ ਸੰਪੂਰਨਤਾ। ਮਤਲਬ ਜਦੋਂ ਫੋਰਨ ਦੀ ਕੰਟਰੀਜ਼ ਦੇ ਨਾਲ ਵਪਾਰ ਕਰੂਗੀ। ਹੁਣ ਦੇਖੋ, ਇੰਟੀਗ੍ਰੇਟਿਡ ਵਰਡ ਦਾ ਮਤਲਬ ਕੀ ਹੈ? ਸੰਪੂਰਨ ਚੀਜ਼ ਕੀ ਹੁੰਦੀ ਹੈ? ਮਤਲਬ ਜੋ ਹਰ ਇੱਕ ਚੀਜ਼ ਇੰਡੀਆ 'ਚ ਅਵੇਲੇਬਲ ਹੋਵੇ। ਹੁਣ ਦੇਖੋ, ਇੰਡੀਆ ਹਰ ਇੱਕ ਚੀਜ਼ ਤਾਂ ਬਣਾ ਨਹੀਂ ਸਕਦਾ, ਔਰ ਹਰ ਇੱਕ ਚੀਜ਼ ਇੰਡੀਆ ਵਿੱਚ ਤਾਂ ਅਵੇਲੇਬਲ ਹੋ ਨਹੀਂ ਸਕਦੀ, ਠੀਕ ਹੈ ਨਾ। ਤਾਂ ਉਹਦੇ ਵਾਸਤੇ ਆਪਾਂ ਨੂੰ ਫੋਰਨ ਤੋਂ ਕੁਛ ਨਾ ਕੁਛ ਇੰਪੋਰਟ ਕਰਨਾ ਪਊਗਾ। ਜੋ ਇੰਡੀਆ ਵਿੱਚ ਬਣਦਾ ਹੈਗਾ, ਉਹ ਅਸੀਂ ਬਾਹਰ ਐਕਸਪੋਰਟ ਕਰਾਂਗੇ। ਹੁਣ ਦੇਖੋ, ਇੰਡੀਆ ਦੇ ਵਿੱਚ ਤੁਸੀਂ ਚਾਹੁੰਦੇ ਹੋ ਤੁਹਾਨੂੰ ਹਰ ਇੱਕ ਚੀਜ਼ ਮਿਲੇ, ਮਤਲਬ ਤੁਸੀਂ ਸੰਪੂਰਨ ਇੰਡੀਆ ਚਾਹੁੰਦੇ ਹੋ। ਸੋ ਹਰ ਇੱਕ ਚੀਜ਼ ਇੰਡੀਆ ਵਿੱਚ ਅਵੇਲੇਬਲ ਨਹੀਂ ਹੁੰਦੀ, ਕਿਸੇ ਕੰਟਰੀ ਵਿੱਚ ਵੀ ਅਵੇਲੇਬਲ ਨਹੀਂ ਹੋ ਸਕਦੀ। ਸੋ ਉਹਨੂੰ ਇੰਟੀਗ੍ਰੇਟਿਡ ਇਕੋਨਮੀ ਹੈ ਜਿਹੜੀ ਹੈ, ਉਹ ਬਣੂਗੀ ਕਦੋਂ? ਜਦੋਂ ਆਪਣੀ ਇਕੋਨਮੀ ਟਰੇਡ ਕਰੂਗੀ ਫੋਰਨ ਦੇ ਨਾਲ, ਤੇ ਫੋਰਨ ਦੀ ਜੋ ਇਕੋਨਮੀਜ਼ ਉਹ ਟਰੇਡ ਕਰੂਗੀ ਆਪਣੇ ਨਾਲ, ਠੀਕ ਹੈ ਨਾ। ਹੋਰ ਅੰਡਰ ਦੀ ਕੰਡੀਸ਼ਨ ਆਫ ਫ੍ਰੀ ਫਲੋ ਆਫ ਟਰੇਡ, ਮਤਲਬ ਜੋ ਪਹਿਲਾਂ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਹੁੰਦੀਆਂ ਸੀਗੀਆਂ, ਸੋ ਉਹਨਾਂ ਨੇ ਕੀ ਕਰਤਾ? ਰਿਸਟ੍ਰਿਕਸ਼ਨਸ ਦੂਰ ਕਰਤੀਆਂ, ਕਹਿੰਦੇ ਫ੍ਰੀ ਫਲੋ ਟਰੇਡ ਕਰੋ, ਠੀਕ ਹੈ ਨਾ। ਔਰ ਕੈਪੀਟਲ ਅਕਰੋਸ ਦੀ ਬੋਰਡਰ, ਕੈਪੀਟਲ ਦਾ ਮਤਲਬ ਕੀ ਹੁੰਦਾ? ਪੈਸਾ। ਔਰ ਬਾਰਡਰ ਦੇ ਕ੍ਰੋਸ ਹੋ ਕੇ ਪੈਸਾ ਆਊਗਾ ਵੀ ਔਰ ਜਾਊਗਾ ਵੀ। ਹੁਣ ਦੇਖੋ ਕਿਸ ਤਰ੍ਹਾਂ ਆਊਗਾ। ਅਗਰ ਤੁਸੀਂ ਬਾਹਰੋਂ ਇੰਪੋਰਟ ਕਰੋਗੇ ਤਾਂ ਸਿੰਪਲ ਜੀ ਗੱਲ ਹੈ, ਸਾਨੂੰ ਉੱਥੇ ਪੇਮੈਂਟ ਕਰਨੀ ਪਊਗੀ। ਅਗਰ ਤੁਸੀਂ ਐਕਸਪੋਰਟ ਕਰਦੇ ਹੋ ਤਾਂ ਬਾਹਰਲੀ ਪੇਮੈਂਟ ਆਪਣੇ ਕੋਲ ਆਊਗੀ। ਸੋ ਉਹਨੇ ਕੀ ਯੂਜ਼ ਕੀਤਾ ਹੋਇਆ? ਅੰਡਰ ਦੀ ਕੰਡੀਸ਼ਨਸ ਆਫ ਫ੍ਰੀ ਫਲੋ ਆਫ ਟਰੇਡ ਐਂਡ ਕੈਪੀਟਲ ਅਕਰੋਸ ਦੀ ਬਾਰਡਰ। ਹੁਣ ਦੇਖੋ, ਆਪਣੇ ਕੋਲ ਗਲੋਬਲਾਈਜੇਸ਼ਨ ਹੋਰ ਕੀ ਹੈ? ਗਲੋਬਲਾਈਜੇਸ਼ਨ ਮੇ ਬੀ ਡਿਫਾਈਨ as a process associated with increasing openness। ਹੁਣ ਦੇਖੋ, openness ਦਾ ਮਤਲਬ ਕੀ ਹੈ? ਓਪਨ ਇਕੋਨਮੀ, ਮਤਲਬ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਬਾਹਰਲਾ ਸਮਾਨ ਇੰਡੀਆ ਦੇ ਵਿੱਚ ਆ ਰਿਹਾ ਤੇ ਇੰਡੀਆ ਦਾ ਸਮਾਨ ਬਾਹਰ ਜਾ ਰਿਹਾ। ਉਹ ਸਿੰਪਲ ਗੱਲ ਹੈ, ਇੰਡੀਆ ਫੋਰਨ 'ਚ ਟਰੇਡ ਕਰ ਰਿਹਾ ਔਰ ਫੋਰਨ ਦੀ ਕੰਪਨੀਜ਼ ਆ ਜੋ ਇੰਡੀਆ ਵਿੱਚ ਆ ਕੇ ਟਰੇਡ ਕਰਦੀਆਂ ਪਈਆਂ। ਗਰੋਇੰਗ ਇਕਨੋਮਿਕ ਇੰਟਰਡਿਪੈਂਡੈਂਸ। ਹੁਣ ਦੇਖੋ, ਜੋ ਸਾਡੀ ਇਕੋਨਮੀ ਹੈ ਉਹ ਇੰਟਰਡਿਪੈਂਡੈਂਸ ਹੈ। ਮਤਲਬ ਕੀ ਹੈ? ਬਾਹਰਲੀ ਕੰਟਰੀ ਸਾਡੇ ਉੱਪਰ ਡਿਪੈਂਡੈਂਟ ਹੈਗੀਆਂ ਔਰ ਅਸੀਂ ਬਾਹਰਲੀ ਕੰਟਰੀਜ਼ ਦੇ ਉੱਪਰ ਡਿਪੈਂਡੈਂਟ ਹੈ। ਕਿਉਂਕਿ ਹਰ ਇੱਕ ਕੰਟਰੀ ਸਾਰਾ ਜੋ ਰਿਕੁਆਇਰਮੈਂਟ ਹੈ, ਜੋ ਚੀਜ਼ਾਂ ਦੀ ਰਿਕੁਆਇਰਮੈਂਟ, ਉਹ ਹਰ ਇੱਕ ਕੰਟਰੀ ਖੁਦ ਨਹੀਂ ਪੂਰੀ ਕਰ ਸਕਦੀ, ਉਹਨੂੰ ਕਿਸੇ ਨਾ ਕਿਸੇ ਉੱਪਰ ਡਿਪੈਂਡ ਰਹਿਣਾ ਪੈਂਦਾ ਹੈ। ਸੋ ਇਸ ਕਰਕੇ ਅਸੀਂ ਓਪਨ ਇਕੋਨਮੀ ਬਣਾਤੀ। ਫੋਰਨ ਦੀ ਜੋ ਚੀਜ਼ਾਂ, ਜੋ ਪ੍ਰੋਡਕਸ਼ਨ ਮਾਲ ਆ, ਇੰਡੀਆ ਵਿੱਚ ਆ ਸਕਦਾ ਔਰ ਇੰਡੀਆ ਦਾ ਫੋਰਨ 'ਚ ਜਾ ਸਕਦਾ। ਐਂਡ ਇੰਟੀਗ੍ਰੇਸ਼ਨ ਇਨ ਦੀ ਵਰਲਡ ਇਕੋਨਮੀ। ਹੁਣ ਜੋ ਇੱਥੇ ਬਣਦਾ ਉਹ ਬਾਹਰ ਜਾਂਦਾ, ਉਹ ਬਾਹਰ ਵਾਲਾ ਇੰਡੀਆ ਵਿੱਚ ਆ ਸਕਦਾ। ਹੁਣ ਇਕੋਨਮਿਕ ਰੀਫਾਰਮਸ ਏਮਸ ਟੂ ਇੰਟੀਗ੍ਰੇਟਡ ਦੀ ਇੰਡੀਅਨ ਇਕੋਨਮੀ ਵਿਦ ਦਾ ਗਲੋਬਲ ਇਕੋਨਮੀ। ਮਤਲਬ ਇਕਨੋਮਿਕ ਰੀਫਾਰਮਸ ਕੀ ਹੈ? ਆਰਥਿਕ ਸੁਧਾਰ। ਇਕਨੋਮਿਕ ਰੀਫਾਰਮ ਹੁੰਦਾ ਆਰਥਿਕ ਸੁਧਾਰ। ਸੋ ਗਲੋਬਲਾਈਜੇਸ਼ਨ ਦੇ ਵਿੱਚ ਕੀ ਆ ਗਿਆ? ਮੇਨ ਏਮ ਆ ਗਿਆ ਵੀ ਹੁਣ ਅਸੀਂ ਆਪਣੀ ਇਕੋਨਮੀ ਦਾ ਆਰਥਿਕ ਸੁਧਾਰ ਕਰੀਏ। ਹੁਣ ਦੇਖੋ, ਆਰਥਿਕ ਸੁਧਾਰ ਕੀ ਹੋਊਗਾ? ਉਹਦਾ ਮਤਲਬ ਸਿਰਫ ਇੱਕੋ ਹੀ ਹੈ ਵੀ ਅਸੀਂ ਬਾਹਰ ਟਰੇਡ ਕਰਾਂਗੇ ਤੇ ਬਾਹਰ ਲਿਆ ਕੇ
ਇੰਡੀਆ ਵਿੱਚ ਟ੍ਰੇਡ ਕਰਨਗੇ। ਸੋ ਆਪਣੇ ਕੋਲ ਕੀ ਹੈ, ਨਵੀਂ ਪੋਲਿਸੀਜ਼, ਨਵੇਂ ਰੂਲਸ ਐਂਡ ਰੈਗੂਲੇਸ਼ਨ ਲਾਗੂ ਕਰ ਦਿੱਤੇ ਗਏ। ਐਜ਼ ਅ ਰਿਜ਼ਲਟ ਦੇਅਰ ਵਿਲ ਬੀ ਅ ਅਨਰਿਸਟ੍ਰਿਕਟਡ ਫਲੋ ਆਫ ਗੁਡਸ। ਹੁਣ ਦੇਖੋ ਰਿਜ਼ਲਟ ਕੀ ਆਇਆ, ਅਨਰਿਸਟ੍ਰਿਕਟਡ ਫਲੋ ਆਫ ਗੁਡਸ, ਮਤਲਬ ਫੋਰਨ ਦੀਆਂ ਚੀਜ਼ਾਂ ਇੰਡੀਆ ਵਿੱਚ ਆ ਸਕਦੀਆਂ, ਇੰਡੀਆ ਦੀ ਫੋਰਨ ਜਾ ਸਕਦੀਆਂ, ਐਂਡ ਸਰਵਿਸਿਜ਼ ਐਂਡ ਟੈਕਨੋਲੋਜੀ। ਠੀਕ ਹੈ ਨਾ, ਹੁਣ ਦੇਖੋ ਸਰਵਿਸਿਜ਼ ਹੈ, ਟੈਕਨੋਲੋਜੀ ਹੈ, ਉਹ ਇੰਡੀਆ ਵਿੱਚ ਆ ਸਕਦੀ, ਇੰਡੀਆ ਦੀ ਬਾਹਰ ਜਾ ਸਕਦੀਆਂ। ਠੀਕ ਹੈ ਨਾ, ਔਰ ਬਿਟਵੀਨ ਦੀ ਰੈਸਟ ਆਫ ਦੀ ਵਰਲਡ। ਹੁਣ ਦੇਖੋ ਇਹਦਾ ਐਗਜ਼ਾਮਪਲ ਆਪਣੇ ਕੋਲ ਹੈ, ਇਟ ਰੈਫਰ ਅ ਸਿਸਟਮ ਆਫ ਹਾਇਰਿੰਗ ਬਿਜ਼ਨਸ ਸਰਵਿਸਿਜ਼। ਤੁਸੀਂ ਸਰਵਿਸਿਜ਼ ਲੈ ਰਹੇ ਹੋ, ਠੀਕ ਹੈ ਨਾ, ਤਾਂ ਉਹਦੇ ਵਾਸਤੇ ਆਪਣੇ ਕੋਲ BPO, ਜਿਹਨੂੰ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਕਹਿੰਦੇ ਆ, ਦੀਜ਼ ਆਰ ਦੀ ਕਾਲ ਸੈਂਟਰਸ। ਹੁਣ ਆਪਾਂ ਕੀ ਹੈ, ਸਾਨੂੰ ਤੁਸੀਂ ਕੋਈ ਵੀ ਪ੍ਰੋਡਕਟ ਖਰੀਦਦੇ ਹੋ, ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ 1800 ਕਰਕੇ ਇੱਕ ਟੋਲ ਫ੍ਰੀ ਨੰਬਰ ਹੁੰਦਾ, ਤੁਸੀਂ ਉਹਦੇ ਉੱਪਰ ਆਪਣੀ ਕੰਪਲੇਂਟ ਲਿਖਾ ਦਿੰਦੇ ਹੋ। ਹੁਣ ਦੇਖੋ ਜਿੰਨੀ ਵੀ ਟੈਕਨੋਲੋਜੀ ਹੈ ਇੰਡੀਆ ਦੇ ਵਿੱਚ ਅਵੇਲੇਬਲ ਹੈ, ਠੀਕ ਹੈ ਨਾ, ਲੇਕਿਨ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਕਾਲ ਸੈਂਟਰ ਉੱਪਰ ਕਾਲ ਕਰ ਸਕਦੇ ਹੋ ਟੋਲ ਫ੍ਰੀ ਨੰਬਰ ਦੇ ਉੱਤੇ। ਹੁਣ ਦੇਖੋ ਗਲੋਬਲਾਈਜੇਸ਼ਨ ਦੇ ਨਾਲ ਕੀ ਹੋਇਆ, ਫੋਰਨ ਦੀ ਕੰਪਨੀਜ਼ ਨੇ ਆ ਕੇ ਇੰਡੀਆ ਵਿੱਚ ਇਨਵੈਸਟਮੈਂਟ ਕਰਨੀ ਸ਼ੁਰੂ ਕਰਤੀ। ਹੁਣ ਦੇਖੋ ਐਗਜ਼ਾਮਪਲ ਕੀ ਹੈ, MI ਦੇ ਮਤਲਬ ਸਮਾਰਟਫੋਨਸ ਹੈ, ਐਂਡਰੋਇਡ ਫੋਨਸ ਹੈ, ਇੰਡੀਆ ਦੀ ਪ੍ਰੋਡਕਸ਼ਨ ਇੰਡੀਆ ਵਿੱਚ ਹੋਣ ਲੱਗੀ। ਇਟ ਇਜ਼ ਪੋਸੀਬਲ ਵਿਦ ਦੀ ਹੈਲਪ ਆਫ ਗਲੋਬਲਾਈਜੇਸ਼ਨ। ਠੀਕ ਹੈ ਨਾ, ਹੁਣ ਦੇਖੋ ਆਪਣੇ ਕੋਲ ਐਪਲ ਦੇ ਮਤਲਬ ਆਈਫੋਨਸ ਹੈਗੇ ਆ, ਆਪਣੇ ਕੋਲ ਐਨ ਨੰਬਰ ਆਫ ਟੈਕਨੋਲੋਜੀ ਹੈ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਆਨਲਾਈਨ ਕਾਲ ਕਰ ਦਿੰਦੇ ਹੋ, ਆਪਣੀ ਕੰਪਲੇਂਟ ਲਿਖਵਾ ਦਿੰਦੇ ਹੋ। ਇਟ ਇਜ਼ ਪੋਸੀਬਲ ਓਨਲੀ ਗਲੋਬਲਾਈਜੇਸ਼ਨ। ਹੁਣ ਦੇਖੋ ਇਹ ਨਾਲ ਕੀ ਹੈ, ਤੁਹਾਨੂੰ ਕੋਈ ਸੋਫਟਵੇਅਰ ਚਾਹੀਦਾ, ਠੀਕ ਹੈ ਨਾ, ਫੋਰਨ 'ਚ ਡਿਵੈਲਪ ਹੁੰਦਾ, ਔਰ ਐਨ ਨੰਬਰ ਆਫ ਸੋਫਟਵੇਅਰ ਕੁਆਂਟੀ ਵਿੱਚ ਡਿਵੈਲਪ ਹੁੰਦਾ। ਆਪਾਂ ਡਾਊਨਲੋਡ ਕਰਦੇ ਹਾਂ, ਠੀਕ ਹੈ ਨਾ, ਤਾਂ ਚੀਪ ਰੇਟ ਵੀ ਸਾਨੂੰ ਅਗਰ ਕੋਈ ਇੰਪੋਰਟੈਂਟ ਸੋਫਟਵੇਅਰ ਚੀਪ ਰੇਟ ਦੇ ਵਿੱਚ ਮਿਲ ਜਾਂਦਾ। ਅਗਰ ਮਤਲਬ ਕੋਈ ਅਨਇੰਪੋਰਟੈਂਟ ਹੈ, ਆਪਾਂ ਕਦੇ ਕਦਾ ਯੂਜ਼ ਕਰਦੇ ਹੋ, ਫ੍ਰੀ ਆਫ ਕਾਸਟ ਵੀ ਅਵੇਲੇਬਲ ਹੈ, ਤੁਸੀਂ ਨੈੱਟ ਉੱਪਰ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇਟ ਇਜ਼ ਪੋਸੀਬਲ ਓਨਲੀ ਵਿਦ ਦੀ ਹੈਲਪ ਆਫ ਗਲੋਬਲਾਈਜੇਸ਼ਨ। ਨੈਕਸਟ ਆਪਣੇ ਕੋਲ ਹੈ ਪੋਲਿਸੀਜ਼ ਸਟ੍ਰੈਟਜੀਜ਼ ਪ੍ਰਮੋਟਿੰਗ ਗਲੋਬਲਾਈਜੇਸ਼ਨ ਆਫ ਇੰਡੀਅਨ ਇਕੋਨਮੀ। ਹੁਣ ਦੇਖੋ ਜਿਹੜੇ ਆਪਣੇ ਕੁਛ ਪੋਲਿਸੀਜ਼ ਸਟ੍ਰੈਟਜੀਜ਼ ਮਤਲਬ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਗਏ ਹੈ ਇੰਡੀਅਨ ਇਕੋਨਮੀ ਨੂੰ ਪ੍ਰਮੋਟ ਕਰਨ ਵਾਸਤੇ, ਤਾਂ ਉਹਦੇ ਵਾਸਤੇ ਆਪਣੇ ਕੋਲ ਫਸਟ ਹੈ ਗਲੋਬਲਾਈਜੇਸ਼ਨ। ਹੁਣ ਦੇਖੋ ਫਸਟ ਆਪਣੇ ਕੋਲ ਹੈ ਇੰਕਰੀਜ਼ ਇਨ ਦੀ ਇਕੁਇਟੀ ਲਿਮਿਟ ਆਫ ਦੀ ਫੋਰਨ ਇਨਵੈਸਟਮੈਂਟਸ। ਹੁਣ ਦੇਖੋ ਤੁਸੀਂ ਸਾਰੇ ਜਾਣਦੇ ਹੋ ਆਪਣੇ ਕੋਲ ਦੋ ਤਰ੍ਹਾਂ ਦੀ ਇਨਵੈਸਟਮੈਂਟਸ ਹੁੰਦੀਆਂ, ਇੱਕ ਆਪਣੇ ਕੋਲ ਇਨਵੈਸਟਰ ਹੁੰਦੇ, ਇੱਕ ਇਕੁਇਟੀ ਸ਼ੇਅਰ ਹੋਲਡਰਸ ਹੁੰਦੇ, ਇੱਕ ਆਪਣੇ ਕੋਲ ਪ੍ਰੈਫਰੈਂਸਿਸ ਹੁੰਦੇ ਆ। ਹੁਣ ਦੇਖੋ ਇਕੁਇਟੀ ਲਿਮਿਟ ਸੀ ਜੋ ਪਹਿਲਾਂ ਰਿਸਟ੍ਰਿਕਸ਼ਨ ਕੀਤੀ ਗਈ ਸੀ, ਰਿਸਟ੍ਰਿਕਟਡ ਕੀਤੀ ਗਈ ਸੀ ਵੀ ਸਿਰਫ ਇੰਨੇ ਹੀ ਹੋ ਸਕਦੇ, ਇਹ ਤੋਂ ਵੱਧ ਨਹੀਂ ਹੋ ਸਕਦੇ। ਠੀਕ ਹੈ ਨਾ, ਮਤਲਬ ਪਹਿਲੇ ਆਪਣੇ ਕੋਲ 40% ਹੁੰਦੇ ਸੀ। ਹੁਣ ਦੇਖੋ ਇਹਦੇ ਉੱਪਰ ਇੱਕ ਕਾਰਨ ਹੁੰਦਾ ਸੀ, ਉਹਦਾ ਕਾਰਨ ਕੀ ਸੀਗਾ, ਅਗਰ ਮੈਂ ਉਹਨੂੰ 51% ਕਰ ਦੂੰਗਾ ਤਾਂ ਉਹ ਬੰਦਾ ਇੱਥੇ ਦਾ ਮਾਲਕ ਬਣ ਜਾਊਗਾ। ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਮਤਲਬ ਦੋ ਆਪਣੇ ਕੋਲ ਪਾਰਟਨਰਸ ਹੈਗੇ ਆ, ਠੀਕ ਹੈ ਨਾ, ਦੋਨੇ 50% ਦੇ ਮਤਲਬ ਪਾਰਟਨਰਸ ਹੈ, ਇਟ ਮੀਨਸ ਦੋਨੋਂ ਮਾਲਕ ਹੋ ਗਏ। ਅਗਰ ਇੱਕ ਬੰਦਾ 51% ਦਾ ਪਾਰਟਨਰ ਬਣ ਜਾਂਦਾ, ਇਟ ਮੀਨਸ ਉਹ ਬੰਦਾ ਮਾਲਕ ਹੈ, ਦੂਜਾ ਉਹਦੇ ਅੰਡਰ ਆ ਗਿਆ, ਮਤਲਬ ਪਾਰਟਨਰਸ਼ਿਪ ਵਿੱਚ ਉਹ ਮਾਲਕ ਬਣ ਗਿਆ ਜਿਹਦੇ 51% ਸ਼ੇਅਰ ਸੀ। ਹੁਣ ਦੇਖੋ ਆਪਾਂ ਨੂੰ ਇਨਵੈਸਟਮੈਂਟ ਦੀ ਲੋੜ ਸੀ, ਪਹਿਲਾਂ ਇਕੁਇਟੀ ਆਪਾਂ ਸੈੱਟ ਕੀਤੀ ਸੀ 40%, ਪਰ ਹੁਣ ਕੀ ਕੀਤਾ ਗਲੋਬਲਾਈਜੇਸ਼ਨ ਦੇ ਵਿੱਚ ਨਵਾਂ ਰੂਲ ਬਣਾ ਦਿੱਤਾ ਗਿਆ ਵੀ ਇਟ ਰੇਂਜ 51 to 100%, ਮਤਲਬ 51 to 100% ਆ ਗਿਆ, ਕੋਈ ਵੀ ਆ ਕੇ ਇੱਥੇ ਇਕੁਇਟੀ ਸ਼ੇਅਰ ਹੋਲਡਰ ਬਣ ਸਕਦਾ, ਆਪਣਾ ਕੰਮ ਸਟਾਰਟ ਕਰ ਸਕਦਾ। ਹੁਣ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ, MI ਦੇ ਸਮਾਰਟਫੋਨ ਇੰਡੀਆ 'ਚ ਬਣਨ ਲੱਗ ਗਏ, ਪ੍ਰੋਡਕਸ਼ਨ ਇੰਡੀਆ ਦੇ ਵਿੱਚ ਹੁੰਦੀ ਹੈ, ਪਰ ਇਹ ਕੰਪਨੀ ਇੰਡੀਆ ਦੀ ਨਹੀਂ ਹੈਗੀ, ਇਹ ਚਾਈਨਾ ਦੀ ਕੰਪਨੀ ਹੈ। ਠੀਕ ਹੈ ਨਾ, ਉਹ ਕਿਉਂ ਪੋਸੀਬਲ ਹੋਇਆ, ਕਿਉਂਕਿ ਆਪਣੇ ਕੋਲ ਇਕੁਇਟੀ ਸ਼ੇਅਰ ਲਿਮਿਟਸ ਵਧਾ ਦਿੱਤੀਆਂ ਗਈਆਂ। ਹੁਣ ਦੇਖੋ ਆਪਣੇ ਕੋਲ ਕੀ ਹੈ, एक्सपोर्ट ट्रेडिंग हाउसेज हैव बीन आल्सो अलाउड दी फॉरेन कैपिटल इन्वेस्टमेंट 100%। ਹੁਣ ਦੇਖੋ ਜੋ ਆਪਣੇ ਕੋਲ ਟ੍ਰੇਡਿੰਗ ਹਾਊਸਿਸ ਹੈਗੇ ਆ ਉਹਦੀ ਇਨਵੈਸਟਮੈਂਟ ਵਧਾ ਦਿੱਤੀ ਗਈ 100%, ਜਿੰਨਾ ਵੀ ਕਰ ਸਕਦੇ ਹੋ। ਸੋ ਆਪਣੇ ਕੋਲ ਇੱਕ ਨਵਾਂ ਐਕਟ ਆਇਆ ਸੀਗਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਜਿਹਨੂੰ ਫੈਮਾ ਕਹਿੰਦੇ ਸੀ, ਉਹ ਲਾਗੂ ਕਰ ਦਿੱਤਾ ਗਿਆ। ਠੀਕ ਹੈ ਨਾ, ਮਤਲਬ ਉਹ ਚੱਲਦਾ ਵੀ ਪਿਆ ਔਰ ਫੇਮਾ ਵੀ ਕੰਮ ਕਰਦਾ ਪਿਆ, ਉਹਦੇ ਵਾਸਤੇ ਕੋਈ ਨਾ ਕੋਈ ਸੁਧਾਰ ਕੀਤੇ ਗਏ ਉਹਨਾਂ ਵਿੱਚ। ਦੂਸਰਾ ਆਪਣੇ ਕੋਲ ਹੈ ਪਾਰਸ਼ਲ ਕਨਵਰਟੀਬਿਲਿਟੀ। ਹੁਣ ਦੇਖੋ ਪਾਰਸ਼ਲ ਕਨਵਰਟੀਬਿਲਿਟੀ ਮਤਲਬ ਹੁੰਦਾ ਹੈ ਜਦੋਂ ਤੁਸੀਂ ਪੂਰੇ ਵਰਲਡ ਵਿੱਚ ਕਿਤੇ ਵੀ ਵਪਾਰ ਕਰਦੇ ਹੋ, ਜੋ ਪੇਮੈਂਟ ਕਰਦੇ ਹੋ, ਤੁਹਾਡੀ ਕਰੰਸੀ ਉੱਥੇ ਦੀ ਕਰੰਸੀ ਵਿੱਚ ਕਨਵਰਟ ਹੋ ਜਾਂਦੀ ਹੈ, ਜਾਂ ਫੋਰਨ ਦਾ ਕੋਈ ਬੰਦਾ ਇੰਡੀਆ ਵਿੱਚ ਆ ਕੇ ਵਪਾਰ ਕਰਦਾ ਤਾਂ ਉਹਦੀ ਕਰੰਸੀ ਇੰਡੀਅਨ ਕਰੰਸੀ ਵਿੱਚ ਕਨਵਰਟ ਹੋ ਜਾਂਦੀ ਹੈ। ਸੋ ਇਹਦੇ ਵਿੱਚ ਕਾਫੀ ਕੁਝ ਸੁਧਾਰ ਕੀਤਾ ਗਿਆ। ਸੋ ਇਹਦੇ ਵਿੱਚ ਕੀ ਹੈ, ਇੰਪੋਰਟ ਐਂਡ ਐਕਸਪੋਰਟ ਆਫ ਗੁਡਸ ਐਂਡ ਸਰਵਿਸਿਜ਼, ਤੁਸੀਂ ਇੰਪੋਰਟ ਔਰ ਐਕਸਪੋਰਟ ਕਰ ਸਕਦੇ ਹੋ ਗੁਡਸ ਐਂਡ ਸਰਵਿਸਿਜ਼ ਨੂੰ। ਠੀਕ ਹੈ ਨਾ, ਰਿਸਟ੍ਰਿਕਸ਼ਨ ਮਤਲਬ ਕਨਵਰਟੇਬਿਲਿਟੀ ਹੋ ਗਈ, ਪੇਮੈਂਟ ਹੋ ਸਕਦੀ ਹੈ ਕਾਹਦੀ, ਇੰਟਰਸਟ ਔਰ ਡਿਵੀਡੈਂਡ, ਇਨਵੈਸਟਮੈਂਟ, ਔਰ ਤੀਜੀ ਮੇਨ ਗੱਲ ਕੀ ਹੈ, ਰਿਮਿਟਮੈਂਟਸ ਟੂ ਦੀ ਮੀਟ ਫੈਮਲੀ ਐਕਸਪੈਂਸਿਸ। ਹੁਣ ਦੇਖੋ ਅਗਰ ਕੋਈ ਬੰਦਾ ਫੋਰਨ ਦੇ ਵਿੱਚ ਆਪਣੀ ਫੈਮਿਲੀ ਦੇ ਖਰਚੇ ਵਾਸਤੇ ਪੇਮੈਂਟ ਕਰਦਾ, ਸੋ ਦਿਸ ਇਜ਼ ਅ ਪਾਰਸ਼ਲ ਕਨਵਰਟੇਬਲ। ਠੀਕ ਹੈ ਨਾ, ਉਹ ਈਜ਼ੀਲੀ ਉਹਨੂੰ ਭੇਜ ਸਕਦਾ, ਮਤਲਬ ਉਹਨੇ ਆਪਣੀ ਕਰੰਸੀ ਵਿੱਚ ਪੇਮੈਂਟ ਕੀਤੀ, ਇੱਥੇ ਦੀ ਕਰੰਸੀ ਵਿੱਚ ਕਨਵਰਟ ਹੋ ਕੇ ਉਹਨੂੰ ਮਿਲ ਜਾਏਗੀ। ਹੁਣ ਦੇਖੋ ਆਪਣੇ ਕੋਲ ਹਰ ਜਗ੍ਹਾ 'ਤੇ ਮਨੀਗ੍ਰਾਮ ਖੁੱਲ੍ਹੇ ਹੋਏ ਆ, ਠੀਕ ਹੈ ਨਾ, ਵੈਸਟਰਨ ਯੂਨੀਅਨ ਖੁੱਲ੍ਹੇ ਹੋਏ ਆ, ਉਹੀ ਕਰਦੇ ਆ, ਬਾਹਰਲੇ ਬੰਦੇ ਆਪਣੀ ਫੈਮਿਲੀ ਨੂੰ ਪੈਸੇ ਭੇਜਦੇ ਆ ਆਪਣੀ ਕਰੰਸੀ ਦੇ ਵਿੱਚ, ਅਤੇ ਕਨਵਰਟ ਹੋ ਕੇ ਉਹਨੂੰ ਉਸ ਕੰਟਰੀ ਦੀ ਕਰੰਸੀ ਦੇ ਵਿੱਚ ਮਿਲ ਜਾਂਦੀ ਹੈ। ਨੈਕਸਟ ਆਪਣੇ ਕੋਲ ਹੈ ਲੌਂਗ ਟਰਮ ਟ੍ਰੇਡ ਪਾਲਿਸੀ।
ਹੁਣ ਦੇਖੋ ਆਪਣੇ ਕੋਲ ਕੀ ਹੈ, ਟ੍ਰੇਡ ਪਾਲਿਸੀਜ਼ ਬਣਾ ਦਿੱਤੀਆਂ ਗਈਆਂ ਜੋ ਲੰਬੇ ਸਮੇਂ ਤੱਕ ਚੱਲੂਗੀ, ਤਾਂ ਉਹਦੇ ਵਿੱਚ ਹੈ ਲਿਬਰਲਾਈਜੇਸ਼ਨ। ਹੁਣ ਦੇਖੋ ਇਹਦੇ ਵਿੱਚ ਮੇਨ ਕੀ ਹੁੰਦਾ, ਕਿਸੇ ਵੀ ਕੰਪਨੀ ਨੂੰ ਲਾਇਸੈਂਸ ਦੇ ਦਿੱਤਾ ਜਾਂਦਾ ਵੀ ਤੁਸੀਂ ਆਹ ਕੰਮ ਕਰ ਸਕਦੇ ਹੋ, ਸਾਡੀ ਕੋਈ ਰਿਸਟ੍ਰਿਕਸ਼ਨ ਨਹੀਂ ਹੋਊਗੀ। ਹੁਣ ਘੱਟੋ ਪਾਲਿਸੀ 5 ਸਾਲ ਚੱਲਦੀ ਹੈ। ਉਹਦਾ ਕਾਰਨ ਕੀ ਹੈ, ਗਵਰਨਮੈਂਟ 5 ਸਾਲ ਵਾਸਤੇ ਹੁੰਦੀ ਹੈ। ਸੋ ਜੋ ਟ੍ਰੇਡ ਪਾਲਿਸੀ ਬਣ ਗਈ ਘੱਟੋ 5 ਸਾਲ ਵਾਸਤੇ ਚੱਲੂਗੀ, ਮਤਲਬ ਕੋਈ ਰਿਸਟ੍ਰਿਕਸ਼ਨ ਨਹੀਂ ਹੋਊਗਾ, ਤਾਂ ਕਿ ਬਾਹਰਲਾ ਪਲੇਅਰ ਫ੍ਰੀ ਫਲੋ ਨਾਲ ਇੱਥੇ ਆ ਕੇ ਇਨਵੈਸਟਮੈਂਟ ਕਰ ਸਕਦਾ, ਉਹਨੂੰ ਪਾਲਿਸੀ ਵਿੱਚ ਕੋਈ ਵੀ ਚੇਂਜ ਨਹੀਂ ਮਿਲੂਗਾ ਔਰ ਕੰਪੀਟੀਸ਼ਨ ਵਧੂਗਾ। ਸੋ ਅਗਰ ਕੰਪੀਟੀਸ਼ਨ ਵਧੂਗਾ ਤਾਂ ਇਹਦੇ ਵਿੱਚ ਕਸਟਮਰਸ ਨੂੰ ਫਾਇਦਾ, ਠੀਕ ਹੈ ਨਾ, ਕਿਉਂਕਿ ਹਰ ਬੰਦਾ, ਹਰ ਹੀ ਕੰਪਨੀ ਆਪਣਾ ਸਮਾਨ ਵੇਚਣਾ ਚਾਹੂਗੀ, ਸੋ ਚੀਪ ਰੇਟ 'ਤੇ ਵੇਚੂਗੀ, ਕੁਆਲਿਟੀ ਵਧੀਆ ਹੋਊਗੀ। ਅਗਰ ਕੰਪੀਟੀਸ਼ਨ ਨਹੀਂ ਹੋਊਗਾ, ਜੋ ਬਣਾ ਰਹੀ ਹੈ ਕੰਪਨੀ ਉਹ ਲੈਣਾ ਪਊਗਾ, ਕਸਟਮਰ ਨੂੰ ਖਰੀਦਣਾ ਪਊਗਾ। ਸੋ ਲੌਂਗ ਟਰਮ ਟ੍ਰੇਡ ਪਾਲਿਸੀ ਕ੍ਰੀਏਟ ਕੀਤੀ ਗਈ। ਨੈਕਸਟ ਆਪਣੇ ਕੋਲ ਹੈਗਾ, ਔਰ ਮੇਨ ਇਹਦੇ ਵਿੱਚ ਕੀ ਹੈ, ਕਾਫੀ ਤਰ੍ਹਾਂ ਦੇ ਬੈਰੀਅਰਸ ਸੀਗੇ, ਉਹ ਬੈਰੀਅਰਸ ਖਤਮ ਕੀਤੇ ਗਏ ਆ। ਹੁਣ ਆਪਾਂ ਇੰਕਰੀਜ਼ ਇਨ ਇਕੁਇਟੀ ਲਿਮਿਟ ਜੋ ਫਸਟ ਪੁਆਇੰਟ ਆਪਣੇ ਕੋਲ ਹੈਗਾ, ਸੋ ਉਹਦੇ ਵਿੱਚ ਨਾ ਇੱਕ ਚੀਜ਼ ਖਤਮ ਕੀਤੀ ਗਈ ਹੈ, ਉਹਦਾ ਨਾਮ ਹੈ ਰੈਪਟੈਪਿਜ਼ਮ। ਹੁਣ ਦੇਖੋ ਰੈਪਟੈਪਿਜ਼ਮ ਕੀ ਹੁੰਦਾ, ਲੇਟ ਲਤੀਫੀ। ਇੰਕਰੀਜ਼ ਇਨ ਇਕੁਇਟੀ ਲਿਮਿਟ ਮਤਲਬ ਕਿ ਲੇਟ ਲਤੀਫੀ। ਤੁਸੀਂ ਕਿਸੇ ਨੂੰ ਕੋਈ ਕੰਮ ਕਹਿੰਦੇ ਹੋ, ਮੰਨ ਲਓ ਸਰਕਾਰੀ ਬੰਦੇ ਨੂੰ ਕੰਮ ਕੀਤਾ, ਕਹਿੰਦੇ ਕੋਈ ਨਾ ਕਰ ਦਾਂਗੇ, 2 ਦਿਨ ਦਾ ਕੰਮ ਸੀ, ਮਹੀਨਾ ਲਾਤਾ, ਠੀਕ ਹੈ ਨਾ। ਸੋ ਇਹਦੇ ਵਿੱਚ ਪਾਲਿਸੀ ਲਾਗੂ ਕੀਤੀ ਗਈ ਹੈ, ਜੋ ਕੰਮ ਦੀ ਲਿਮਿਟ ਹੈ ਉਸ ਕੰਮ ਦੇ ਉਸ ਟਾਈਮ ਦੇ ਅੰਦਰ ਪੂਰਾ ਹੋਣਾ ਚਾਹੀਦਾ। ਸੋ ਰੈਪਟੈਪਿਜ਼ਮ ਪੂਰੀ ਸਟ੍ਰਿਕਟਡ ਕੀਤਾ ਗਿਆ ਵੀ ਜੋ ਕੰਮ ਦੀ ਲਿਮਿਟ ਹੈ ਉਹਦੇ ਵਿੱਚ ਪੂਰਾ ਹੋਊਗਾ, ਅਗਰ ਨਹੀਂ ਕਰ ਸਕਦਾ ਤਾਂ ਦੂਸਰਾ ਬੰਦਾ ਉਹਦੇ ਉੱਪਰ ਕਲੇਮ ਕਰ ਸਕਦਾ। ਹੁਣ ਦੇਖੋ ਆਪਣੇ ਕੋਲ ਰਿਡਕਸ਼ਨ ਇਨ ਟੈਰਿਫਸ। ਹੁਣ ਦੇਖੋ ਜੋ ਆਪਣੇ ਕੋਲ ਬੈਰੀਅਰ ਸੀਗੇ, ਜੋ ਰੁਕਾਵਟਾਂ ਸੀਗੀਆਂ ਗੁੱਡਸ ਔਰ ਸਰਵਿਸ ਦੀ ਟ੍ਰਾਂਸਫਰ ਵਾਸਤੇ, ਠੀਕ ਹੈ ਨਾ, ਰੈਸਟ ਆਫ ਦੀ ਵਰਲਡ, ਉਹ ਸਾਰੀਆਂ ਖਤਮ ਕੀਤੀਆਂ ਗਈਆਂ। ਮਤਲਬ ਕੀ ਹੈ, ਮਤਲਬ ਇੰਨੀ ਜ਼ਿਆਦਾ ਕੋਈ ਰੁਕਾਵਟ ਉਹਦੇ ਵਿੱਚ ਨਹੀਂ ਹੈ, ਸਾਰੀਆਂ ਖਤਮ ਕੀਤੀਆਂ ਗਈਆਂ। ਲਾਸਟ ਪੁਆਇੰਟ ਹੈ ਵਿਦਡ੍ਰॉ ਆਫ ਦੀ ਕੁਆਂਟੀਟਿਵ ਰਿਸਟ੍ਰਿਕਸ਼ਨਸ। ਹੁਣ ਦੇਖੋ ਪਹਿਲਾਂ ਆਪਣੇ ਕੋਲ ਨਾ ਕੁਆਂਟੀਟਿਵ ਰਿਸਟ੍ਰਿਕਸ਼ਨਸ ਹੁੰਦੀ ਸੀ, ਜੋ ਆਪਾਂ ਆਜ਼ਾਦ ਹੋਏ ਸੀ ਨਾ, ਸੋ ਉਸ ਵੇਲੇ ਉੱਥੇ ਦੀ ਗਵਰਨਮੈਂਟ ਕਹਿੰਦੀ ਸੀ ਵੀ ਸਭ ਤੋਂ ਪਹਿਲਾਂ ਆਪਾਂ ਡੋਮੈਸਟਿਕ ਟ੍ਰੇਡ ਨੂੰ ਬਚਾਵਾਂਗੇ। ਸੋ ਬਾਹਰੋਂ ਜੋ ਅਸੀਂ ਇੰਪੋਰਟ ਕਰਨਾ ਹੈ ਤਾਂ ਰਿਸਟ੍ਰਿਕਸ਼ਨ ਸੀ ਵੀ ਆਪਾਂ ਇੰਨਾ ਕੀ ਇੰਪੋਰਟ ਕਰ ਸਕਦੇ, ਉਹ ਤੋਂ ਵੱਧ ਨਹੀਂ ਕਰ ਸਕਦੇ। ਹੁਣ ਦੇਖੋ ਮੇਨ ਆਪਣੇ ਕੋਲ ਹੁਣ ਜਦੋਂ ਪਾਲਿਸੀ ਲਾਗੂ ਕੀਤੀ ਗਈ ਤਾਂ ਉਸ ਪਾਲਿਸੀ ਦੇ ਵਿੱਚ ਕੀ ਹੋਇਆ, ਜਿਹਨੂੰ ਆਪਾਂ FDI ਕਹਿੰਦੇ ਆ, ਬਾਹਰਲੀ ਕੰਪਨੀਜ਼ ਕੋਈ ਕੁਆਂਟੀਟੀ ਰਿਸਟ੍ਰਿਕਸ਼ਨਸ ਨਹੀਂ ਹੈ, ਜਿੰਨੇ ਮਰਜ਼ੀ ਪੀਸ ਇੱਥੇ ਆ ਕੇ ਬਣਾ ਸਕਦੀ ਹੈ, ਪ੍ਰੋਡਿਊਸ ਕਰ ਸਕਦੀ ਹੈ, ਆਪਾਂ ਜਿੰਨਾ ਮਰਜ਼ੀ ਮਾਲ ਇੰਪੋਰਟ ਕਰ ਸਕਦੇ ਹਾਂ, ਜਿੰਨਾ ਮਰਜ਼ੀ ਐਕਸਪੋਰਟ ਕਰ ਸਕਦੇ ਹਾਂ। ਸੋ ਕੁਆਂਟੀਟੀ ਦੀ ਕੋਈ ਵੀ ਰਿਸਟ੍ਰਿਕਸ਼ਨ ਉਹ ਖਤਮ ਕਰ ਦਿੱਤੀ ਗਈ, ਠੀਕ ਹੈ ਨਾ। ਉਹ ਪ੍ਰੋਡਿਊਸਰ ਦੀ ਮਰਜ਼ੀ ਹੈ, ਜਿੰਨੇ ਮਰਜ਼ੀ ਪ੍ਰੋਡਿਊਸ ਕਰਕੇ ਇੱਥੇ ਵੇਚ ਸਕਦਾ, ਜਾਂ ਆਪਾਂ ਕੋਈ ਵੀ ਬਾਹਰੋਂ ਚੀਜ਼ ਇੰਪੋਰਟ ਕਰ ਸਕਦੇ ਹਾਂ। ਸੋ ਦਿਸ ਇਜ਼ ਅ ਗਲੋਬਲਾਈਜੇਸ਼ਨ। ਸੋ ਉਹਨੂੰ ਇੰਪੋਰਟ ਕਰਨ ਵਾਸਤੇ ਪਾਲਿਸੀਜ਼ ਬਣਾਈਆਂ ਗਈਆਂ। ਮੇਨ ਮੋਟਿਵ ਸਿਰਫ ਇਹ ਸੀ, ਜੋ ਆਪਣੀ ਇੰਡੀਅਨ ਇਕਨੋਮੀ ਆ ਉਹ ਕਲੋਜ਼ਡ ਇਕਨੋਮੀ ਨਾ ਰਹਿ ਕੇ ਓਪਨ ਇਕਨੋਮੀ ਬਣ ਜਾਵੇ। ਸੋ ਪੂਰੇ ਵਰਲਡ ਦੇ ਵਿੱਚ ਜੋ ਚੀਜ਼ ਮਿਲਦੀ ਉਹ ਇੰਡੀਆ ਵਿੱਚ ਮਿਲੇ, ਔਰ ਇੰਡੀਆ ਦਾ ਸਮਾਨ ਫੋਰਨ ਦੇ ਵਿੱਚ ਬਣੇ। ਸੋ ਦਿਸ ਇਜ਼ ਕਾਲਡ ਅ ਗਲੋਬਲਾਈਜੇਸ਼ਨ। ਇਸ ਕਰਕੇ ਐਕਟ ਬਣਾਇਆ ਗਿਆ ਜਿਹਨੂੰ ਆਪਾਂ ਕਹਿੰਦੇ ਹਾਂ ਗਲੋਬਲਾਈਜੇਸ਼ਨ। ਥੈਂਕ ਯੂ ਸੋ ਮਚ।